ਮਰੇ ਹੋਏ ਲੋਕਾਂ ਦੀਆਂ 3 ਚੀਜ਼ਾਂ ਕਦੇ ਨਾ ਲਓ। ਨਮਸਕਾਰ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨਕੇ ਵੌਇਸ ਤੇ। ਦੋਸਤੋ, ਗਰੁੜ ਪੁਰਾਣ 'ਚ ਮਰੇ ਹੋਏ ਵਿਅਕਤੀਆਂ ਦੀਆਂ ਇਹੋ ਜਿਹੀਆਂ 3 ਵਸਤੂਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਦਾ ਪ੍ਰਯੋਗ ਕਦੇ ਵੀ ਕਰਨਾ ਨਹੀਂ ਚਾਹੀਦਾ, ਨਹੀਂ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਕਈ ਤਰ੍ਹਾਂ ਦੀ ਹਾਨੀ ਹੋ ਸਕਦੀ ਹੈ। ਇਸ ਲਈ ਹਰੇਕ ਬੁੱਧੀਮਾਨ ਵਿਅਕਤੀ ਨੂੰ ਇਹਨਾਂ ਵਸਤੂਆਂ ਦੇ ਬਾਰੇ ਜਾਣ ਲੈਣਾ ਬਹੁਤ ਜ਼ਰੂਰੀ ਹੈ। ਸ਼੍ਰੀ ਕ੍ਰਿਸ਼ਨ ਨੇ ਗਰੁੜ ਜੀ ਨੂੰ ਬਹੁਤ ਹੀ ਗਿਆਨਵਰਧਕ ਜਾਣਕਾਰੀ ਦਿੱਤੀ ਹੈ। ਇਸ ਨੂੰ ਸੁਣਨ ਨਾਲ ਤੁਹਾਡੇ ਵੀ ਗਿਆਨ ਵਿੱਚ ਵਾਧਾ ਹੋਵੇਗਾ। ਇਸ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ, ਕਿਉਂਕਿ ਅੱਧਾ ਅਧੂਰਾ ਗਿਆਨ ਘਾਤਕ ਹੁੰਦਾ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ। ਦੋਸਤੋ, ਇੱਕ ਵਾਰ ਗਰੁੜ ਜੀ, ਜੋ ਵਿਸ਼ਨੂੰ ਭਗਵਾਨ ਦੇ ਵਾਹਨ ਹਨ, ਆਪਣੇ ਮਨ 'ਚ ਸ਼ੰਕਾ ਲੈ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕੋਲ ਦਵਾਰਕਾ ਆਉਂਦੇ ਹਨ ਤੇ ਆਪਣੇ ਚਹੇਤੇ ਵਾਹਨ ਗਰੁੜ ਜੀ ਨੂੰ ਦੇਖ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਖੁਸ਼ ਹੋ ਕੇ ਉਹਨਾਂ ਦਾ ਸਵਾਗਤ ਕਰਦੇ ਹਨ ਤੇ ਕਹਿੰਦੇ ਹਨ, ਜ਼ਰੂਰ ਤੁਹਾਡੇ ਇੱਥੇ ਆਉਣ ਦਾ ਕੋਈ ਵਿਸ਼ੇਸ਼ ਕਾਰਨ ਹੋਵੇਗਾ। ਦੱਸੋ ਕੀ ਕਾਰਨ ਹੈ ਜੋ ਤੁਸੀਂ ਇੱਥੇ ਪਧਾਰੇ ਹੋ। ਭਗਵਾਨ ਨੂੰ ਪ੍ਰਣਾਮ ਕਰਦੇ ਹੋਏ ਗਰੁੜ ਜੀ ਕਹਿੰਦੇ ਹਨ, ਪ੍ਰਭੂ, ਤੁਸੀਂ ਤਾਂ ਸਭ ਕੁਝ ਜਾਣਦੇ ਹੋ। ਤੁਹਾਡੇ ਤੋਂ ਇਸ ਸੰਸਾਰ ਵਿੱਚ ਕੁਝ ਵੀ ਲੁਕਿਆ ਨਹੀਂ ਹੈ। ਮੈਂ ਤੁਹਾਡੇ ਕੋਲ ਇੱਕ ਸ਼ੰਕਾ ਲੈ ਕੇ ਆਇਆ ਹਾਂ ਜਿਸ ਦਾ ਹੱਲ ਸਿਰਫ ਤੁਸੀਂ ਹੀ ਕਰ ਸਕਦੇ ਹੋ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਹੱਸਦੇ ਹੋਏ ਕਹਿੰਦੇ ਹਨ, ਤੁਹਾਡੀ ਜੋ ਵੀ ਸ਼ੰਕਾ ਹੈ ਨਿਸੰਕੋਚ ਹੋ ਕੇ ਪੁੱਛ ਲਓ। ਤੁਹਾਡੀ ਹਰ ਸ਼ੰਕਾ ਤੇ ਸਮੱਸਿਆ ਦਾ ਹੱਲ ਕਰਨਾ ਮੇਰਾ ਫਰਜ਼ ਹੈ। ਗਰੁੜ ਜੀ ਗੰਭੀਰ ਸਵਰ 'ਚ ਕਹਿੰਦੇ, ਪ੍ਰਭੂ, ਮੇਰਾ ਪ੍ਰਸ਼ਨ ਇਹ ਹੈ ਕਿ ਜਦੋਂ ਕੋਈ ਜੀਵ ਮੌਤ ਨੂੰ ਪਾ ਲੈਂਦਾ ਹੈ, ਉਸ ਸਮੇਂ ਉਹ ਆਪਣੇ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈ ਕੇ ਜਾਂਦਾ ਹੈ ਤੇ ਮੌਤ ਤੋਂ ਬਾਅਦ ਉਸ ਇਨਸਾਨ ਨਾਲ ਜੁੜੀਆਂ ਕਿਹੜੀਆਂ-ਕਿਹੜੀਆਂ ਉਹ ਚੀਜ਼ਾਂ ਹਨ ਜਿਨ੍ਹਾਂ ਦਾ ਉਪਯੋਗ ਦੂਜੇ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ, ਗਰੁੜ ਜੀ, ਤੁਹਾਡਾ ਪ੍ਰਸ਼ਨ ਬਹੁਤ ਹੀ ਮਹੱਤਵਪੂਰਨ ਹੈ। ਇਸ ਸੰਸਾਰ 'ਚ ਜੋ ਜਨਮ ਲੈਂਦਾ ਹੈ ਉਸ ਦੀ ਮੌਤ ਨਿਸ਼ਚਿਤ ਹੁੰਦੀ ਹੈ। ਮਨੁੱਖ ਇਸ ਸੰਸਾਰ ਵਿੱਚ ਖਾਲੀ ਹੱਥ ਜ਼ਰੂਰ ਆਉਂਦਾ ਹੈ, ਪਰ ਜਦੋਂ ਉਸ ਦੀ ਮੌਤ ਹੁੰਦੀ ਹੈ ਤਾਂ ਉਹ ਆਪਣੇ ਨਾਲ 5 ਚੀਜ਼ਾਂ ਲੈ ਕੇ ਜਾਂਦਾ ਹੈ। ਤੇ ਇਹ ਵੀ ਸੱਚ ਹੈ ਕਿ ਮਰੇ ਹੋਏ ਵਿਅਕਤੀ ਦੀਆਂ 3 ਚੀਜ਼ਾਂ ਦਾ ਪ੍ਰਯੋਗ ਉਸਦੇ ਸਕੇ ਸੰਬੰਧੀਆਂ ਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਤੁਹਾਡੇ ਇਹਨਾਂ ਦੋਵਾਂ ਪ੍ਰਸ਼ਨਾਂ ਦਾ ਉੱਤਰ ਦੇਣ ਤੋਂ ਪਹਿਲਾਂ ਮੈਂ ਇੱਕ ਬ੍ਰਾਹਮਣ ਤੇ 5 ਪ੍ਰੇਤਾਂ ਦੀ ਕਥਾ ਸੁਣਾਉਂਦਾ ਹਾਂ, ਜਿਸ 'ਚ ਤੁਹਾਨੂੰ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਮਿਲ ਜਾਣਗੇ। ਇਸ ਕਥਾ ਨੂੰ ਧਿਆਨ ਨਾਲ ਸੁਣਨਾ, ਕਿਉਂਕਿ ਇਸ ਰਾਹੀਂ ਮਨੁੱਖੀ ਜੀਵਨ ਦੇ ਗੂੜ ਰਹੱਸ ਨੂੰ ਸਮਝਿਆ ਜਾ ਸਕਦਾ ਹੈ। ਇਸ ਕਥਾ ਨੂੰ ਸੁਣਨ ਨਾਲ ਮਨੁੱਖ ਦੇ ਕਈ ਪਾਪ ਨਸ਼ਟ ਹੋ ਜਾਂਦੇ ਹਨ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗਰੁੜ ਜੀ ਨੂੰ ਕਥਾ ਸੁਣਾਉਣੀ ਸ਼ੁਰੂ ਕੀਤੀ। ਇੱਕ ਸਮੇਂ ਦੀ ਗੱਲ ਹੈ, ਮੱਧ ਦੇਸ਼ 'ਚ ਦੇਵ ਸ਼ਰਮਾ ਨਾਮ ਦਾ ਇੱਕ ਗਰੀਬ ਬ੍ਰਾਹਮਣ ਰਹਿੰਦਾ ਸੀ। ਉਹ ਬਹੁਤ ਹੀ ਗੁਣਵਾਨ ਸੀ ਤੇ ਉਸਨੇ ਵੇਦਾਂ ਤੇ ਸ਼ਾਸਤਰਾਂ ਦਾ ਬੜੀ ਡੂੰਘਾਈ ਨਾਲ ਅਧਿਐਨ ਕੀਤਾ ਹੋਇਆ ਸੀ, ਪਰ ਉਹ ਆਪਣੇ ਗਿਆਨ ਦਾ ਕਦੇ ਵੀ ਦੁਰਉਪਯੋਗ ਨਹੀਂ ਕਰਦਾ ਸੀ। ਉਸਨੇ ਆਪਣੇ ਗਿਆਨ ਦਾ ਉਪਯੋਗ ਧਨ ਕਮਾਉਣ ਲਈ ਨਹੀਂ ਕੀਤਾ। ਗਰੀਬ ਹੋ ਕੇ ਵੀ ਉਹ ਭਿੱਖਿਆ ਮੰਗ ਕੇ ਹੀ ਆਪਣਾ ਗੁਜ਼ਾਰਾ ਚਲਾਉਂਦਾ ਸੀ। ਫਿਰ ਇੱਕ ਦਿਨ ਉਹ ਬ੍ਰਾਹਮਣ ਜੰਗਲ ਵਿੱਚ ਤਪ ਕਰਨ ਲਈ ਜਾਣ ਦਾ ਵਿਚਾਰ ਕਰਦਾ ਹੈ। ਉਹ ਈਸ਼ਵਰ ਦਾ ਧਿਆਨ ਕਰਨ ਦੇ ਉਦੇਸ਼ ਨਾਲ ਜੰਗਲ ਵਿੱਚ ਘੁੰਮਣ ਲੱਗਦਾ ਹੈ। ਬ੍ਰਾਹਮਣ ਜਿਸ ਜੰਗਲ ਵਿੱਚ ਜਾਂਦਾ ਹੈ, ਉਹ ਜੰਗਲ ਇੰਨਾ ਭਿਆਨਕ ਤੇ ਡਰਾਉਣਾ ਸੀ ਜਿਸ ਬਾਰੇ ਦੂਰ-ਦੂਰ ਤੱਕ ਲੋਕਾਂ ਚਰਚਾ ਹੋਇਆ ਕਰਦੀ ਸੀ। ਇਸ ਜੰਗਲ 'ਚ ਜਾਣ ਦੀ ਹਿੰਮਤ ਬਹੁਤ ਹੀ ਘੱਟ ਲੋਕ ਕਰਦੇ ਸੀ, ਕਿਉਂਕਿ ਉੱਥੇ ਦਾ ਵਾਤਾਵਰਨ ਹੀ ਡਰ ਨਾਲ ਭਰਿਆ ਹੋਇਆ ਸੀ। ਉੱਥੇ ਉੱਚੇ-ਉੱਚੇ ਦਰਖਤ ਸੀ ਜਿਨ੍ਹਾਂ ਦੀਆਂ ਟਾਹਣੀਆਂ ਇੰਨੀਆਂ ਸੰਘਣੀਆਂ ਸਨ ਕਿ ਸੂਰਜ ਦੀਆਂ ਕਿਰਨਾਂ ਵੀ ਧਰਤੀ ਤੇ ਨਹੀਂ ਪਹੁੰਚਦੀਆਂ ਸਨ। ਇਹਨਾਂ 'ਚ ਕੁਝ ਦਰਖਤ ਤਾਂ ਕਾਫੀ ਲੰਮੇ ਸਮੇਂ ਤੋਂ ਖੜੇ ਸੀ, ਜਿਨ੍ਹਾਂ ਦੀਆਂ ਵਿਸ਼ਾਲ ਜੜ੍ਹਾਂ ਜ਼ਮੀਨ ਤੋਂ ਬਾਹਰ ਨਿਕਲ ਕੇ ਹਰ ਦਿਸ਼ਾ ਵੱਲ ਫੈਲੀਆਂ ਹੋਈਆਂ ਸਨ ਤੇ ਉੱਥੇ ਪਿੱਪਲ ਦੇ ਦਰਖਤ ਵਰਗੇ ਕਈ ਦਰਖਤਾਂ ਦੀ ਭਰਮਾਰ ਸੀ ਜੋ ਆਪਣੇ ਥੱਲੇ ਕਿਸੇ ਨੂੰ ਵੀ ਦਬਾ ਸਕਦੇ ਸੀ। ਇਸ ਤੋਂ ਇਲਾਵਾ ਜੰਗਲ 'ਚ ਕਈ ਖਤਰਨਾਕ ਜਾਨਵਰ ਰਹਿੰਦੇ ਸਨ। ਚਲਦੇ-ਚਲਦੇ ਬ੍ਰਾਹਮਣ ਇੱਕ ਬਹੁਤ ਹੀ ਪੁਰਾਣੇ ਦਰਖਤ ਕੋਲ ਪਹੁੰਚ ਜਾਂਦਾ ਹੈ ਤੇ ਦੇਖਦਾ ਹੈ ਕਿ ਉਸ ਦਰਖਤ ਦੇ ਹੇਠਾਂ 5 ਪਿਸ਼ਾਚ ਖੜੇ ਸੀ। ਉਹ ਸਾਰੇ ਪਿਸ਼ਾਚ ਜੰਗਲ 'ਚੋਂ ਲੰਘਣ ਵਾਲੇ ਮਨੁੱਖਾਂ ਨੂੰ ਖਾਂਦੇ ਸੀ। ਕੋਈ ਵੀ ਮਨੁੱਖ ਉਸ ਰਾਹ ਤੇ ਜਾਂਦਾ ਤਾਂ ਉਸਨੂੰ ਫੜ ਕੇ ਖਾ ਲਿਆ ਕਰਦੇ ਸੀ। ਪਿਸ਼ਾਚ ਹੋਣ ਕਾਰਨ ਉਹਨਾਂ ਦੇ ਅੰਦਰ ਧਰਮ ਦਾ ਕੋਈ ਵੀ ਅੰਸ਼ ਨਹੀਂ ਸੀ। ਉਹ ਬਹੁਤੀ ਪਾਪੀ ਤੇ ਦੁਰਾਚਾਰੀ ਸੀ। ਉਹ ਕਿਸੇ ਤੇ ਵੀ ਦਇਆ ਨਹੀਂ ਕਰਦੇ ਸੀ।
ਜਦੋਂ ਬ੍ਰਾਹਮਣ ਉਸ ਦਰਖਤ ਕੋਲ ਜਾਂਦਾ ਹੈ ਤਾਂ ਉਹ ਪਿਸ਼ਾਚ ਇੱਕ ਦੂਜੇ ਨੂੰ ਕਹਿਣ ਲੱਗਦੇ ਹਨ ਕਿ ਦੇਖੋ ਭਰਾਵੋ, ਸਾਡੇ ਲਈ ਅੱਜ ਤਾਜ਼ਾ ਭੋਜਨ ਆ ਰਿਹਾ ਹੈ। ਸਭ ਤੋਂ ਪਹਿਲਾਂ ਮੈਂ ਇਸ ਬ੍ਰਾਹਮਣ ਨੂੰ ਖਾਵਾਂਗਾ। ਇਸ ਦਾ ਮਾਸ ਤਾਂ ਕਿੰਨਾ ਸਵਾਦ ਹੋਵੇਗਾ। ਇਹ ਬ੍ਰਾਹਮਣ ਤਾਂ ਸਿਰਫ ਸਾਦਾ ਭੋਜਨ ਹੀ ਖਾਂਦਾ ਹੋਵੇਗਾ, ਇਸ ਲਈ ਇਸ ਦੇ ਸਰੀਰ 'ਚ ਕਿਸੇ ਵੀ ਤਰ੍ਹਾਂ ਦਾ ਰੋਗ ਨਹੀਂ ਹੋਵੇਗਾ। ਇਸ ਦਾ ਮਾਸ ਖਾਣ 'ਚ ਬੜਾ ਮਜ਼ਾ ਆਵੇਗਾ। ਦੂਸਰਾ ਪਿਸ਼ਾਚ ਕਹਿੰਦਾ ਹੈ, ਹਾਂ ਇਸ ਬ੍ਰਾਹਮਣ ਨੂੰ ਤਾਂ ਮੈਂ ਹੀ ਖਾਵਾਂਗਾ। ਅੱਜ ਕਈ ਦਿਨਾਂ ਬਾਅਦ ਸ਼ਿਕਾਰ ਹੱਥ ਲੱਗਿਆ ਹੈ। ਇਸ ਤਰ੍ਹਾਂ ਉਹ ਪਿਸ਼ਾਚ ਉਸ ਬ੍ਰਾਹਮਣ ਨੂੰ ਖਾਣ ਲਈ ਅੱਗੇ ਆਉਂਦੇ ਹਨ, ਪਰ ਜਦੋਂ ਉਹ ਬ੍ਰਾਹਮਣ ਉਹਨਾਂ ਨੂੰ ਦੇਖਦਾ ਹੈ ਤਾਂ ਉਹ ਬਿਲਕੁਲ ਵੀ ਨਹੀਂ ਡਰਦਾ। ਉਹ ਬ੍ਰਾਹਮਣ ਭਗਵਾਨ ਵਿਸ਼ਨੂੰ ਦਾ ਪਰਮ ਭਗਤ ਸੀ ਤੇ ਹਰ ਸਮੇਂ ਸ਼੍ਰੀ ਹਰੀ ਨਾਮ ਦਾ ਜਾਪ ਕਰਦਾ ਸੀ, ਇਸ ਲਈ ਉਸ ਨੂੰ ਕਿਸੇ ਤੋਂ ਵੀ ਡਰ ਨਹੀਂ ਲੱਗਦਾ ਸੀ। ਉਹਨਾਂ ਪਿਸ਼ਾਚਾਂ ਨੂੰ ਦੇਖ ਕੇ ਵੀ ਉਹ ਬ੍ਰਾਹਮਣ ਡਰਿਆ ਨਹੀਂ ਤੇ ਉਹਨਾਂ ਨੂੰ ਦੇਖਦੇ ਹੀ ਉਹਨਾਂ ਨੂੰ ਨਮਸਕਾਰ ਕਰਨ ਲੱਗਦਾ ਹੈ ਤੇ ਕਹਿੰਦਾ ਹੈ, ਹੇ ਪਿਸ਼ਾਚ, ਮੇਰਾ ਪਰਿਣਾਮ ਸਵੀਕਾਰ ਕਰੋ। ਉਸ ਬ੍ਰਾਹਮਣ ਦਾ ਇਹੋ ਜਿਹਾ ਵਿਵਹਾਰ ਦੇਖ ਕੇ ਪਿਸ਼ਾਚ ਹੈਰਾਨ ਹੋ ਜਾਂਦੇ ਹਨ। ਵਿਸ਼ਨੂੰ ਭਗਤ ਬ੍ਰਾਹਮਣ ਦੇ ਵਿਵਹਾਰ ਕਰਕੇ ਉਹ ਹੈਰਾਨੀ ਨਾਲ ਉਸ ਬ੍ਰਾਹਮਣ ਵੱਲ ਦੇਖਦੇ ਹਨ ਤੇ ਉਸ ਬ੍ਰਾਹਮਣ ਨੂੰ ਕਹਿਣ ਲੱਗਦੇ ਹਨ, ਹੇ ਮਹਾਤਮਾ, ਤੁਸੀਂ ਕੌਣ ਹੋ ਤੇ ਇਸ ਜੰਗਲ ਵਿੱਚ ਇਕੱਲੇ ਕਿਉਂ ਭਟਕ ਰਹੇ ਹੋ? ਸਾਨੂੰ ਦੇਖ ਕੇ ਤੁਹਾਨੂੰ ਥੋੜਾ ਜਿਹਾ ਵੀ ਡਰ ਨਹੀਂ ਲੱਗਿਆ? ਵੱਡੇ ਵੱਡੇ ਸ਼ੂਰਵੀਰ ਯੋਧਾ ਵੀ ਸਾਨੂੰ ਦੇਖ ਕੇ ਥਰ-ਥਰ ਕੰਬਣ ਲੱਗਦੇ ਹਨ ਤੇ ਡਰਦੇ ਮਾਰੇ ਭੱਜ ਜਾਂਦੇ ਹਨ, ਪਰ ਤੁਹਾਡੇ ਮਨ 'ਚ ਕਿਸੇ ਵੀ ਤਰ੍ਹਾਂ ਦਾ ਡਰ ਦਿਖਾਈ ਨਹੀਂ ਦੇ ਰਿਹਾ। ਤੁਹਾਡੇ ਆਉਣ ਤੇ ਸਾਡੀ ਭੁੱਖ ਵੀ ਖਤਮ ਹੋ ਚੁੱਕੀ ਹੈ। ਅਸੀਂ ਤਾਂ ਤੁਹਾਨੂੰ ਆਪਣਾ ਭੋਜਨ ਸਮਝ ਕੇ ਖੁਸ਼ ਹੋ ਰਹੇ ਸੀ ਤੇ ਤੁਹਾਨੂੰ ਖਾਣ ਵਾਲੇ ਸੀ। ਫਿਰ ਬ੍ਰਾਹਮਣ ਕਹਿੰਦਾ ਹੈ, ਹੇ ਪਿਸ਼ਾਚ, ਮੈਨੂੰ ਤੁਹਾਡੇ ਤੋਂ ਬਿਲਕੁਲ ਵੀ ਡਰ ਨਹੀਂ ਲੱਗ ਰਿਹਾ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਭਗਵਾਨ ਹਮੇਸ਼ਾ ਮੇਰੇ ਨਾਲ ਹੈ ਤੇ ਉਹਨਾਂ ਦੀ ਇੱਛਾ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿਲ ਸਕਦਾ। ਜੇਕਰ ਮੇਰੀ ਮੌਤ ਤੁਹਾਡੇ ਹੱਥੋਂ ਹੋਣੀ ਸੀ ਤਾਂ ਮੈਨੂੰ ਇਹ ਵੀ ਮਨਜ਼ੂਰ ਹੈ। ਪ੍ਰਭੂ ਨੇ ਮੇਰੀ ਕਿਸਮਤ ਵਿੱਚ ਜੋ ਲਿਖ ਦਿੱਤਾ ਹੈ ਮੈਨੂੰ ਉਹ ਮਨਜ਼ੂਰ ਹੈ। ਜੇਕਰ ਮੈਨੂੰ ਖਾਣ ਨਾਲ ਤੁਹਾਡੀ ਤ੍ਰਿਪਤੀ ਹੁੰਦੀ ਹੈ ਤਾਂ ਮੈਂ ਇਸ ਨੂੰ ਆਪਣਾ ਸੁਭਾਗ ਸਮਝਾਂਗਾ। ਇਸ ਸੰਸਾਰ ਵਿੱਚ ਹਰ ਪ੍ਰਾਣੀ ਨੂੰ ਸੁੱਖ ਪ੍ਰਦਾਨ ਕਰਨਾ, ਉਸ ਦੀ ਤ੍ਰਿਪਤੀ ਕਰਨਾ ਹੀ ਹਰ ਮਨੁੱਖ ਦਾ ਫਰਜ਼ ਹੈ। ਪਿਸ਼ਾਚ ਵੀ ਈਸ਼ਵਰ ਦੁਆਰਾ ਹੀ ਬਣਾਏ ਗਏ ਹਨ, ਇਸ ਲਈ ਮੈਂ ਤੁਹਾਡੀ ਨਿੰਦਾ ਭਲਾ ਕਿਵੇਂ ਕਰ ਸਕਦਾ ਹਾਂ? ਬ੍ਰਾਹਮਣ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਸਾਰੇ ਪਿਸ਼ਾਚ ਹੈਰਾਨ ਹੋ ਜਾਂਦੇ ਹਨ ਤੇ ਉਸ ਬ੍ਰਾਹਮਣ ਨੂੰ ਕਹਿਣ ਲੱਗਦੇ ਹਨ, ਇਹ ਬ੍ਰਾਹਮਣ ਦੇਵਤਾ, ਤੁਹਾਡੇ ਬੋਲ ਬੜੇ ਸੋਹਣੇ ਹਨ। ਇਹਨਾਂ ਨੂੰ ਸੁਣ ਕੇ ਹੀ ਸਾਡੀ ਤ੍ਰਿਪਤੀ ਹੋਈ ਹੈ। ਅਸੀਂ ਤੁਹਾਨੂੰ ਨਹੀਂ ਖਾਵਾਂਗੇ। ਕਿਰਪਾ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਕੌਣ ਹੋ ਤੇ ਕਿਸ ਕਾਰਨ ਇਸ ਜੰਗਲ ਵਿੱਚ ਭਟਕ ਰਹੇ ਹੋ? ਉਹ ਬ੍ਰਾਹਮਣ ਕਹਿੰਦਾ ਹੈ, ਮੇਰਾ ਨਾਮ ਦੇਵ ਸ਼ਰਮਾ ਹੈ ਤੇ ਮੈਂ ਪ੍ਰਭੂ ਦੀ ਭਗਤੀ ਲਈ ਇਸ ਜੰਗਲ 'ਚ ਸਹੀ ਜਗ੍ਹਾ ਲੱਭ ਰਿਹਾ ਹਾਂ, ਪਰ ਤੁਹਾਨੂੰ ਦੇਖ ਕੇ ਲੱਗਦਾ ਹੈ ਕਿ ਤੁਸੀਂ ਬਹੁਤ ਮੁਸ਼ਕਿਲ 'ਚ ਹੋ। ਮੈਨੂੰ ਦੱਸੋ ਕਿਸ ਕਾਰਨ ਤੁਹਾਨੂੰ ਪਿਸ਼ਾਚ ਬਣਨਾ ਪਿਆ? ਜੇਕਰ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਹੋਵਾਂ ਤਾਂ ਮੈਂ ਜ਼ਰੂਰ ਕਰਾਂਗਾ। ਬ੍ਰਾਹਮਣ ਦੀਆਂ ਗੱਲਾਂ ਸੁਣ ਕੇ ਸਾਰੇ ਪਿਸ਼ਾਚ ਸੁੰਨ ਹੋ ਜਾਂਦੇ ਹਨ ਤੇ ਕਹਿਣ ਲੱਗਦੇ ਹਨ, ਹੇ ਬ੍ਰਾਹਮਣ, ਤੁਹਾਨੂੰ ਸਾਡਾ ਵਾਰ-ਵਾਰ ਪ੍ਰਣਾਮ। ਅਸੀਂ ਸਾਰੇ ਪਿਸ਼ਾਚ ਆਪਣੇ ਕਰਮਾਂ ਕਰਕੇ ਹੀ ਬਣੇ ਹਾਂ। ਅਸੀਂ ਆਪਣੇ ਪਿਤਰਾਂ ਦਾ ਅਪਮਾਨ ਕੀਤਾ ਹੈ, ਇਸੇ ਕਰਕੇ ਸਾਨੂੰ ਪਿਸ਼ਾਚ ਜੂਨੀ ਪ੍ਰਾਪਤ ਹੋਈ ਹੈ। ਪਤਾ ਨਹੀਂ ਕਦੋਂ ਇਸ ਪਿਸ਼ਾਚ ਸਰੀਰ ਤੋਂ ਛੁਟਕਾਰਾ ਮਿਲੇਗਾ। ਅਸੀਂ ਮਨੁੱਖੀ ਸਰੀਰ 'ਚ ਵੀ ਬਹੁਤ ਪਾਪ ਕੀਤੇ ਸੀ ਤੇ ਪਿਸ਼ਾਚ ਬਣ ਕੇ ਤਾਂ ਅਸੀਂ ਅਣਗਿਣਤ ਪਾਪ ਕੀਤੇ ਹਨ। ਕਿੰਨੇ ਹੀ ਨਿਰਦੋਸ਼ ਮਨੁੱਖਾਂ ਤੇ ਹੋਰ ਪ੍ਰਾਣੀਆਂ ਨੂੰ ਅਸੀਂ ਮਾਰ ਕੇ ਖਾਧਾ ਹੈ। ਇਸ ਲਈ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਨੂੰ ਕਦੇ ਪਿਸ਼ਾਚ ਜੂਨੀ ਤੋਂ ਮੁਕਤੀ ਨਹੀਂ ਮਿਲੇਗੀ। ਫਿਰ ਬ੍ਰਾਹਮਣ ਕਹਿੰਦਾ ਹੈ, ਹੇ ਪਿਸ਼ਾਚ, ਮੈਂ ਸਮਝਦਾ ਹਾਂ। ਕਿਰਪਾ ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਕਿਸ ਤਰ੍ਹਾਂ ਤੁਹਾਨੂੰ ਮੁਕਤੀ ਦਿਵਾ ਸਕਦਾ ਹਾਂ। ਮੈਂ ਬ੍ਰਾਹਮਣ ਹਾਂ ਤੇ ਕਈ ਤਪ ਤੇ ਵਰਤ ਕੀਤੇ ਹਨ, ਇਸ ਲਈ ਜੇਕਰ ਤੁਹਾਡੀ ਮੁਕਤੀ ਲਈ ਕੋਈ ਵਰਤ ਜਾਂ ਤਪ ਕਰਨਾ ਹੋਵੇ ਤਾਂ ਮੈਨੂੰ ਦੱਸੋ, ਮੈਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗਾ। ਬ੍ਰਾਹਮਣ ਦੀ ਗੱਲ ਸੁਣ ਕੇ ਉਹਨਾਂ ਪਿਸ਼ਾਚਾਂ ਨੂੰ ਸਮਝ ਆ ਜਾਂਦਾ ਹੈ ਕਿ ਉਹ ਬ੍ਰਾਹਮਣ ਤਾਂ ਉਹਨਾਂ ਦਾ ਹੀ ਪੁੱਤ ਹੈ। ਉਹ ਪਿਸ਼ਾਚ ਉਸ ਬ੍ਰਾਹਮਣ ਦੇ ਦਾਦਾ ਪੜਦਾਦਾ ਸਨ ਜੋ ਪਾਪ ਕਰਨ ਕਰਕੇ ਪਿਸ਼ਾਚ ਬਣੇ ਹੋਏ ਸੀ। ਉਹ ਸਾਰੇ ਪਿਸ਼ਾਚ ਆਪਣੇ ਆਪਣੇ ਪਾਪ ਕਰਮਾਂ ਬਾਰੇ ਦੱਸਣ ਲੱਗੇ। ਪਹਿਲਾ ਪਿਸ਼ਾਚ ਅੱਗੇ ਵਧਿਆ। ਉਸ ਦਾ ਸਰੀਰ ਮਾਸ ਤੇ ਖੂਨ ਨਾਲ ਭਰਿਆ ਹੋਇਆ ਸੀ ਤੇ ਉਸ ਦੀਆਂ ਅੱਖਾਂ 'ਚ ਅਧਰਮ ਦੀ ਅਗਨੀ ਜਲ ਰਹੀ ਸੀ। ਉਸਨੇ ਕੰਬਦੇ ਹੋਏ ਬ੍ਰਾਹਮਣ ਨੂੰ ਕਿਹਾ, ਮੇਰਾ ਨਾਮ ਉਚਿਸ਼ਟ ਹੈ ਤੇ ਇਹ ਇਸ ਲਈ ਪਿਆ ਕਿਉਂਕਿ ਮੈਂ ਹਮੇਸ਼ਾ ਦੂਜਿਆਂ ਦਾ ਬਚਿਆ ਹੋਇਆ ਤੇ ਝੂਠਾ ਖਾਣਾ ਖਾਇਆ ਕਰਦਾ ਸੀ। ਮੈਂ ਪਿਛਲੇ ਜਨਮ 'ਚ ਬ੍ਰਹਸਪਤੀ ਸੀ ਤੇ ਤੁਹਾਡੀਆਂ 5 ਪੀੜ੍ਹੀਆਂ ਪਹਿਲਾਂ ਦਾ ਪੂਰਵਜ ਹਾਂ। ਇੱਕ ਸਮੇਂ ਮੈਂ ਬਹੁਤ ਵਿਦਵਾਨ ਤੇ ਆਦਰਯੋਗ ਬ੍ਰਾਹਮਣ ਸੀ। ਮੈਂ ਯੱਗ ਕਰਦਾ ਸੀ, ਪਰ ਹੌਲੀ-ਹੌਲੀ ਮੇਰੀ ਲਾਲਸਾ ਵੱਧਦੀ ਗਈ। ਮੈਂ ਲੋਕਾਂ ਦੁਆਰਾ ਛੱਡਿਆ ਹੋਇਆ ਭੋਜਨ ਖਾਣ ਲੱਗ ਗਿਆ।
ਦੂਜਿਆਂ ਦੇ ਝੂਠੇ ਭੋਜਨ 'ਚ ਮੈਨੂੰ ਸਵਾਦ ਆਉਣ ਲੱਗਿਆ। ਇਹ ਜਾਣਨ ਦੇ ਬਾਵਜੂਦ ਕਿ ਇਹ ਅਧਰਮ ਹੈ, ਇੱਕ ਦਿਨ ਜਦੋਂ ਮੈਂ ਇੱਕ ਪਵਿੱਤਰ ਯੱਗ ਤੋਂ ਬਾਅਦ ਬਚਿਆ ਹੋਇਆ ਭੋਜਨ ਖਾ ਲਿਆ, ਉਸੇ ਭੋਜਨ ਨਾਲ ਮੇਰੇ ਸਰੀਰ 'ਚ ਜ਼ਹਿਰ ਬਣਨ ਲੱਗਿਆ ਤੇ ਉਸੇ ਹੀ ਪਲ ਮੇਰੀ ਮੌਤ ਹੋ ਗਈ। ਹੁਣ ਮੈਂ ਪਿਸ਼ਾਚ ਬਣ ਕੇ ਝੂਠਾ ਭੋਜਨ ਕਰਦਾ ਹਾਂ। ਇਹੀ ਮੇਰਾ ਸ਼ਰਾਪ ਹੈ। ਦੂਜਾ ਪਿਸ਼ਾਚ, ਜਿਸ ਦਾ ਨਾਮ ਨਗਨ ਅੰਗ ਸੀ, ਉਹ ਅੱਗੇ ਆਇਆ। ਉਸਦਾ ਪੂਰਾ ਸਰੀਰ ਨੰਗਾ ਸੀ ਤੇ ਉਸਦੀਆਂ ਹੱਡੀਆਂ ਦਿਖ ਰਹੀਆਂ ਸਨ। ਉਸਨੇ ਬ੍ਰਾਹਮਣ ਵੱਲ ਦੇਖਿਆ ਤੇ ਕਿਹਾ, ਮੇਰਾ ਨਾਮ ਨਗਨ ਅੰਗ ਇਸ ਲਈ ਪਿਆ ਕਿਉਂਕਿ ਮੈਂ ਹਮੇਸ਼ਾ ਬਿਨਾਂ ਕੱਪੜਿਆਂ ਤੋਂ ਹੀ ਇਸ਼ਨਾਨ ਕਰਿਆ ਕਰਦਾ ਸੀ। ਪਿਛਲੇ ਜਨਮ 'ਚ ਮੇਰਾ ਨਾਮ ਸ਼ਰਦ ਚੰਦਰ ਸੀ ਤੇ ਮੈਂ ਤੁਹਾਡੀ 6ਵੀਂ ਪੀੜ੍ਹੀ ਦਾ ਪੂਰਵਜ ਹਾਂ। ਮੈਂ ਇੱਕ ਬ੍ਰਾਹਮਣ ਕੁਲ ਵਿੱਚ ਪੈਦਾ ਹੋਇਆ ਸੀ ਤੇ ਮੇਰੇ ਕੋਲ ਗਿਆਨ ਤੇ ਤਪ ਦੀ ਸ਼ਕਤੀ ਸੀ, ਪਰ ਮੈਂ ਆਪਣੇ ਸਰੀਰ ਦਾ ਹੰਕਾਰ ਕਰਨ ਲੱਗਿਆ। ਇਸ਼ਨਾਨ ਕਰਦੇ ਸਮੇਂ ਮੈਨੂੰ ਬਿਨਾਂ ਕੱਪੜਿਆਂ ਦੇ ਇਸ਼ਨਾਨ ਕਰਨ 'ਚ ਆਨੰਦ ਆਉਂਦਾ ਸੀ ਤੇ ਮੈਂ ਸਮਾਜ ਦੇ ਨਿਯਮਾਂ ਦਾ ਅਪਮਾਨ ਕੀਤਾ। ਮੈਂ ਇਸ ਨੂੰ ਸੁਭਾਵਿਕ ਮੰਨਦਾ ਸੀ, ਪਰ ਇਹ ਅਧਰਮ ਸੀ। ਇੱਕ ਦਿਨ ਜਦੋਂ ਮੈਂ ਨਗਰ ਦੇ ਤਲਾਬ 'ਚ ਬਿਨਾਂ ਕੱਪੜਿਆਂ ਤੋਂ ਇਸ਼ਨਾਨ ਕਰ ਰਿਹਾ ਸੀ ਤਾਂ ਜਲ ਦੇਵਤਾ ਨੇ ਮੈਨੂੰ ਸ਼ਰਾਪ ਦਿੱਤਾ ਕਿ ਮੈਂ ਆਪਣੇ ਹੰਕਾਰ ਕਾਰਨ ਪਿਸ਼ਾਚ ਯੋਨੀ 'ਚ ਜਾਵਾਂਗਾ। ਮੇਰੀ ਮੌਤ ਉਸੇ ਤਲਾਬ ਵਿੱਚ ਡੁੱਬਣ ਨਾਲ ਹੋਈ ਤੇ ਹੁਣ ਮੈਂ ਪਿਸ਼ਾਚ ਹਾਂ ਤੇ ਮੇਰਾ ਸਰੀਰ ਹਮੇਸ਼ਾ ਨੰਗਾ ਹੀ ਰਹੇਗਾ, ਜਿਵੇਂ ਮੈਂ ਆਪਣੇ ਬ੍ਰਾਹਮਣ ਧਰਮ ਦਾ ਅਪਮਾਨ ਕੀਤਾ ਸੀ। ਤੀਸਰਾ ਪਿਸ਼ਾਚ, ਜਿਸ ਦਾ ਨਾਮ ਸ਼ਵ ਵਸਤਰ ਸੀ, ਉਸਦੇ ਸਰੀਰ ਤੇ ਮਰੇ ਲੋਕਾਂ ਦੇ ਫਟੇ ਹੋਏ ਕੱਪੜੇ ਲਿਪਟੇ ਹੋਏ ਸੀ। ਉਸਦੀ ਆਵਾਜ਼ 'ਚ ਦਰਦ ਸੀ। ਉਸਨੇ ਕਿਹਾ, ਮੈਂ ਇਸ ਜੂਨ 'ਚ ਇਸ ਲਈ ਹਾਂ ਕਿਉਂਕਿ ਮੈਂ ਹਮੇਸ਼ਾ ਮਰੇ ਹੋਏ ਲੋਕਾਂ ਦੇ ਕੱਪੜੇ ਚੋਰੀ ਕੀਤੇ। ਪਿਛਲੇ ਜਨਮ 'ਚ ਮੇਰਾ ਨਾਮ ਅਚੇਤਾਨੰਦ ਸੀ। ਮੈਂ ਤੁਹਾਡੇ ਪੂਰਵਜਾਂ 'ਚੋਂ ਸੀ ਤੇ ਇੱਕ ਸਨਮਾਨਯੋਗ ਬ੍ਰਾਹਮਣ ਕੁਲ ਨਾਲ ਸੰਬੰਧ ਰੱਖਦਾ ਸੀ, ਪਰ ਮੇਰੇ ਮਨ 'ਚ ਲੋਭ ਵੱਧ ਗਿਆ ਸੀ। ਮੈਂ ਸ਼ਮਸ਼ਾਨ ਭੂਮੀ 'ਚ ਜਾ ਕੇ ਮਰੇ ਹੋਏ ਲੋਕਾਂ ਦੇ ਕੱਪੜੇ ਚੋਰੀ ਕਰਦਾ ਤੇ ਉਹਨਾਂ ਨੂੰ ਵੇਚਦਾ ਸੀ। ਮਰੇ ਹੋਏ ਲੋਕਾਂ ਦੇ ਕੱਪੜੇ ਪਾ ਕੇ ਮੈਨੂੰ ਸੁੱਖ ਦਾ ਅਨੁਭਵ ਹੁੰਦਾ ਸੀ। ਮੇਰੇ ਇਸ ਅਧਰਮ ਨੂੰ ਦੇਖ ਕੇ ਦੇਵਤਿਆਂ ਨੇ ਮੈਨੂੰ ਸ਼ਰਾਪ ਦਿੱਤਾ ਕਿ ਮੇਰੀ ਮੌਤ ਵੀ ਸ਼ਮਸ਼ਾਨ 'ਚ ਹੋਵੇਗੀ ਤੇ ਮੈਂ ਪਿਸ਼ਾਚ ਬਣ ਕੇ ਹਮੇਸ਼ਾ ਦੂਜਿਆਂ ਦੇ ਕੱਪੜੇ ਪਹਿਨਾਂਗਾ। ਮੇਰੀ ਮੌਤ ਵੀ ਉਸੇ ਸ਼ਮਸ਼ਾਨ ਵਿੱਚ ਹੋਈ ਜਿੱਥੇ ਇੱਕ ਪਿਸ਼ਾਚ ਨੇ ਮੈਨੂੰ ਮਾਰ ਦਿੱਤਾ ਤੇ ਮੈਨੂੰ ਮ੍ਰਿਤਕ ਲੋਕਾਂ ਦੇ ਕੱਪੜੇ ਪਹਿਨਣ ਦਾ ਸ਼ਰਾਪ ਮਿਲਿਆ ਹੈ। ਚੌਥਾ ਪਿਸ਼ਾਚ, ਜਿਸ ਦਾ ਨਾਮ ਅਸ਼ੋਕ ਸੀ, ਉਸ ਦੀ ਮੌਜੂਦਗੀ ਇੰਨੀ ਗੰਦੀ ਤੇ ਬਦਬੂਦਾਰ ਸੀ ਕਿ ਬ੍ਰਾਹਮਣ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ। ਉਸਨੇ ਕਿਹਾ ਕਿ ਮੇਰਾ ਇਹ ਨਾਮ ਇਸ ਲਈ ਪਿਆ ਕਿਉਂਕਿ ਮੈਂ ਹਮੇਸ਼ਾ ਅਪਵਿੱਤਰ ਤੇ ਗੰਦੀਆਂ ਚੀਜ਼ਾਂ 'ਚ ਖੁਦ ਨੂੰ ਲਿਪਤ ਰੱਖਿਆ ਸੀ। ਮੈਂ ਪਿਛਲੇ ਜਨਮ 'ਚ ਧਰਮਰਾਜ ਸੀ ਤੇ ਤੁਹਾਡਾ ਪੂਰਵਜ ਸੀ। ਮੇਰੀ ਜ਼ਿੰਦਗੀ 'ਚ ਸ਼ੁੱਧਤਾ ਦਾ ਕੋਈ ਵੀ ਸਥਾਨ ਨਹੀਂ ਸੀ। ਬ੍ਰਾਹਮਣ ਹੁੰਦੇ ਹੋਏ ਵੀ ਮੈਂ ਅਪਵਿੱਤਰ ਜੀਵਨ ਬਿਤਾਇਆ। ਮੈਂ ਕਦੇ ਵੀ ਆਪਣੇ ਤਨ ਤੇ ਮਨ ਦੀ ਸ਼ੁੱਧਤਾ ਵੱਲ ਧਿਆਨ ਨਾ ਦਿੱਤਾ। ਗੰਦੇ ਕੱਪੜੇ ਪਾਉਣਾ ਤੇ ਅਪਵਿੱਤਰ ਸਥਾਨਾਂ ਤੇ ਰਹਿੰਦਾ ਸੀ। ਮੈਂ ਇਸ਼ਨਾਨ ਨਹੀਂ ਕਰਦਾ ਸੀ। ਇਹ ਸਭ ਜਾਣ ਕੇ ਵੀ ਮੈਂ ਧਰਮ ਦੇ ਨਿਯਮਾਂ ਦਾ ਪਾਲਣ ਨਹੀਂ ਕੀਤਾ। ਮੇਰੇ ਇਸ ਪਾਪ ਕਾਰਨ ਦੇਵਤਿਆਂ ਨੇ ਮੈਨੂੰ ਸ਼ਰਾਪ ਦਿੱਤਾ ਕਿ ਮੈਂ ਅਸ਼ੁੱਧ ਰਹਿ ਕੇ ਹੀ ਇਸ ਪਿਸ਼ਾਚ ਯੋਨੀ 'ਚ ਭਟਕਾਂਗਾ ਤੇ ਮੇਰੀ ਮੌਤ ਇੱਕ ਗੰਦੇ ਤਲਾਬ 'ਚ ਡੁੱਬ ਕੇ ਹੋਈ ਸੀ। ਹੁਣ ਮੈਂ ਇਸ ਪਿਸ਼ਾਚ ਯੋਨੀ 'ਚ ਹਾਂ ਜਿੱਥੇ ਮੈਂ ਹਮੇਸ਼ਾ ਅਪਵਿੱਤਰਤਾ ਨਾਲ ਘਿਰਿਆ ਰਹਿੰਦਾ ਹਾਂ। ਅਖੀਰ ਵਿੱਚ ਪੰਜਵਾਂ ਪਿਸ਼ਾਚ ਕਰਵਜਦ ਸੀ। ਉਸ ਦਾ ਮੂੰਹ ਖੂਨ ਨਾਲ ਲਥਪਥ ਸੀ। ਉਸਦੇ ਹੱਥਾਂ 'ਚ ਮਾਂਸ ਦੇ ਟੁਕੜੇ ਸੀ। ਉਸਦੇ ਭਿਆਨਕ ਹਾਸੇ ਦੀ ਆਵਾਜ਼ 'ਚ ਬ੍ਰਾਹਮਣ ਨੂੰ ਕਿਹਾ, ਮੈਂ ਕਰਵਜਦ ਹਾਂ ਕਿਉਂਕਿ ਮੈਂ ਮਾਂਸ ਤੇ ਖੂਨ ਦਾ ਲੋਭੀ ਸੀ। ਪਿਛਲੇ ਜਨਮ 'ਚ ਮੇਰਾ ਨਾਮ ਸੋਮਦੇਵ ਸੀ ਤੇ ਮੈਂ ਤੁਹਾਡਾ ਪੂਰਵਜ ਸੀ। ਮੈਂ ਬ੍ਰਾਹਮਣ ਹੁੰਦੇ ਹੋਏ ਵੀ ਹਿੰਸਾ ਤੇ ਕਰੂਰਤਾ ਦਾ ਜੀਵਨ ਅਪਣਾਇਆ। ਮੈਨੂੰ ਮਾਸਾਹਾਰ ਤੇ ਹੱਤਿਆ 'ਚ ਬਹੁਤ ਮਜ਼ਾ ਆਉਂਦਾ ਸੀ। ਮੈਂ ਕਈ ਨਿਰਦੋਸ਼ ਪ੍ਰਾਣੀਆਂ ਦਾ ਖੂਨ ਵਹਾਇਆ ਤੇ ਉਹਨਾਂ ਦਾ ਮਾਂਸ ਖਾਧਾ। ਮੈਂ ਆਪਣੇ ਪਰਿਵਾਰ ਤੇ ਸਮਾਜ ਦੀ ਮਰਿਆਦਾ ਦੀ ਉਲੰਘਣਾ ਕੀਤੀ। ਮੇਰੇ ਇਸ ਅਧਰਮ ਕਰਕੇ ਮੇਰੀ ਮੌਤ ਉਸ ਦੌਰਾਨ ਹੋਈ ਜਦੋਂ ਮੈਂ ਇੱਕ ਗਾਂ ਦਾ ਮਾਂਸ ਖਾਧਾ। ਦੇਵਤਿਆਂ ਨੇ ਮੈਨੂੰ ਸ਼ਰਾਪ ਦਿੱਤਾ ਕਿ ਮੈਂ ਇਸ ਪਿਸ਼ਾਚ ਜੂਨ 'ਚ ਆ ਕੇ ਖੂਨ ਤੇ ਮਾਂਸ ਦਾ ਲੋਭੀ ਬਣਾਂਗਾ। ਫਿਰ ਉਹ ਸਾਰੇ ਪਿਸ਼ਾਚ ਕਹਿੰਦੇ ਹਨ, ਤੂੰ ਸਾਡਾ ਵੰਸ਼ਜ ਹੈ ਤੇ ਅਸੀਂ ਤੁਹਾਡੇ ਪੂਰਵਜ ਹਾਂ। ਇਹ ਈਸ਼ਵਰ ਦੀ ਹੀ ਕਿਰਪਾ ਹੈ ਕਿ ਉਹਨਾਂ ਨੇ ਤੈਨੂੰ ਸਾਡੇ ਕੋਲ ਭੇਜਿਆ ਹੈ। ਹੁਣ ਸਾਨੂੰ ਯਕੀਨ ਹੋ ਗਿਆ ਹੈ ਕਿ ਤੂੰ ਸਾਡੀ ਮੁਕਤੀ ਜ਼ਰੂਰ ਕਰਵਾਵੇਂਗਾ। ਹੁਣ ਤੂੰ ਜਾ ਕੇ ਸਾਡੀ ਮੁਕਤੀ ਲਈ ਕੋਈ ਉਪਾਅ ਕਰ। ਆਪਣੇ ਪੂਰਵਜਾਂ ਦੀ ਇਹੋ ਜਿਹੀ ਦਸ਼ਾ ਦੇਖ ਕੇ ਉਹ ਬ੍ਰਾਹਮਣ ਬਹੁਤ ਦੁਖੀ ਹੋ ਜਾਂਦਾ ਹੈ ਤੇ ਸੋਚਣ ਲੱਗਦਾ ਹੈ ਕਿ ਹਰੇਕ ਮਨੁੱਖ ਦਾ ਇਹ ਫਰਜ਼ ਹੈ ਕਿ ਉਹ ਆਪਣੇ ਪੂਰਵਜਾਂ ਨੂੰ ਮੁਕਤੀ ਦਿਵਾਉਣ ਲਈ ਕੰਮ ਕਰੇ। ਉਹ ਬ੍ਰਾਹਮਣ ਉਹਨਾਂ ਪਿਸ਼ਾਚਾਂ ਨੂੰ ਵਚਨ ਦਿੰਦਾ ਹੈ ਤੇ ਕਹਿੰਦਾ ਹੈ
हे पितामा, मैं ਤੁਹਾਡੀ ਮੁਕਤੀ ਲਈ ਜ਼ਰੂਰ ਉਪਾਅ ਕਰਾਂਗਾ। ਫਿਰ ਉਹ ਬ੍ਰਾਹਮਣ ਮੁਨੀ ਅਗਸਤ ਕੋਲ ਜਾਂਦੇ ਹਨ ਤੇ ਉਹਨਾਂ ਤੋਂ ਪਿਤਰਾਂ ਦੀ ਮੁਕਤੀ ਲਈ ਉਪਾਅ ਪੁੱਛਦੇ ਹਨ। ਮੁਨੀ ਅਗਸਤ ਉਸ ਬ੍ਰਾਹਮਣ ਨੂੰ ਪਿਤਰਾਂ ਦੀ ਮੁਕਤੀ ਲਈ ਕੀਤੇ ਜਾਣ ਵਾਲੇ ਤਰਪਣ, ਸ਼ਰਾਧ, ਪਿੰਡਦਾਨ, ਧਰਮ ਆਦਿ ਕਿਰਿਆਵਾਂ ਬਾਰੇ ਦੱਸਦੇ ਹਨ। ਫਿਰ ਉਹ ਬ੍ਰਾਹਮਣ ਪਵਿੱਤਰ ਨਦੀ ਦੇ ਤੱਟ ਤੇ ਜਾ ਕੇ ਉਹਨਾਂ ਪੁਰਸ਼ਾਂ ਲਈ ਇਹ ਕੰਮ ਕਰਦਾ ਹੈ ਜੋ ਮੁਨੀ ਅਗਸਤ ਨੇ ਦੱਸਿਆ ਸੀ। ਉਹ ਪਹਿਲਾਂ ਨਦੀ ਦੇ ਪਵਿੱਤਰ ਜਲ ਨਾਲ ਤਰਪਣ ਕਰਦਾ ਹੈ, ਫਿਰ ਨਦੀ ਦੇ ਤੱਟ ਤੇ ਬੈਠ ਕੇ ਪਿੰਡਦਾਨ ਕਰਦਾ ਹੈ ਤੇ ਉਸ ਤੋਂ ਜੋ ਕੁਝ ਵੀ ਹੋਇਆ ਉਸੇ ਅਨੁਸਾਰ ਦਾਨ ਧਰਮ ਕਰਦਾ ਹੈ। ਇਸ ਤਰ੍ਹਾਂ ਉਸ ਬ੍ਰਾਹਮਣ ਦੁਆਰਾ ਤਰਪਣ ਤੇ ਦਾਨ ਧਰਮ ਕਰਨ ਨਾਲ ਉਸ ਪਿਸ਼ਾਚ ਮੁਕਤ ਹੋ ਗਏ ਤੇ ਸਵਰਗ ਵੱਲ ਚਲੇ ਜਾਂਦੇ ਹਨ। ਫਿਰ ਸ਼੍ਰੀ ਕ੍ਰਿਸ਼ਨ ਗਰੁੜ ਜੀ ਨੂੰ ਕਹਿੰਦੇ ਹਨ, ਹੇ ਗਰੁੜ, ਇਸ ਲਈ ਮਨੁੱਖ ਨੂੰ ਕਦੇ ਗੰਦੇ ਕੱਪੜੇ ਨਹੀਂ ਪਾਉਣੇ ਚਾਹੀਦੇ, ਕਦੇ ਝੂਠਾ ਜਾਂ ਜ਼ਮੀਨ ਤੇ ਪਿਆ ਹੋਇਆ ਭੋਜਨ ਨਹੀਂ ਖਾਣਾ ਚਾਹੀਦਾ, ਦੂਜਿਆਂ ਦੁਆਰਾ ਲੰਘਿਆ ਹੋਇਆ ਭੋਜਨ ਨਹੀਂ ਖਾਣਾ ਚਾਹੀਦਾ, ਪਿਤਰਾਂ ਨੂੰ ਅਰਪਿਤ ਕੀਤਾ ਗਿਆ ਭੋਜਨ ਨਹੀਂ ਖਾਣਾ ਚਾਹੀਦਾ। ਹੇ ਗਰੁੜ, ਹੁਣ ਮੈਂ ਤੈਨੂੰ ਮਰੇ ਹੋਏ ਲੋਕਾਂ ਦੀਆਂ ਉਹਨਾਂ ਚੀਜ਼ਾਂ ਬਾਰੇ ਦੱਸਾਂਗਾ ਜਿਨ੍ਹਾਂ ਦਾ ਉਪਯੋਗ ਜਿਉਂਦੇ ਮਨੁੱਖ ਨੂੰ ਕਦੇ ਨਹੀਂ ਕਰਨਾ ਚਾਹੀਦਾ। ਇਸ ਲਈ ਧਿਆਨ ਨਾਲ ਸੁਣਿਓ। ਇਸ ਸੰਸਾਰ 'ਚ ਜਨਮ ਤੋਂ ਲੈ ਕੇ ਕਈ ਭੌਤਿਕ ਸੁੱਖਾਂ ਦੇ ਮੋਹ 'ਚ ਮਨੁੱਖ ਪੈ ਜਾਂਦਾ ਹੈ ਤੇ ਮੌਤ ਤੋਂ ਬਾਅਦ ਵੀ ਉਸ ਦਾ ਉਹਨਾਂ ਵਸਤੂਆਂ ਪ੍ਰਤੀ ਮੋਹ ਨਹੀਂ ਛੁੱਟਦਾ। ਜਦ ਤੱਕ ਮਨੁੱਖ ਸੰਸਾਰਿਕ ਵਸਤੂਆਂ ਦਾ ਮੋਹ ਤਿਆਗ ਕੇ ਪੂਰਨ ਰੂਪ ਨਾਲ ਈਸ਼ਵਰ ਨੂੰ ਨਹੀਂ ਅਪਣਾ ਲੈਂਦਾ, ਉਦੋਂ ਤੱਕ ਉਹ ਅਲੱਗ-ਅਲੱਗ ਜੂਨੀਆਂ 'ਚ ਜਨਮ ਲੈ ਕੇ ਧਰਤੀ ਤੇ ਹੀ ਭਟਕਦਾ ਰਹਿੰਦਾ ਹੈ। ਕਦੇ-ਕਦੇ ਇਹ ਮੋਹ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹ ਮੌਤ ਤੋਂ ਬਾਅਦ ਵੀ ਇਸੇ ਧਰਤੀ ਤੇ ਘੁੰਮਦਾ ਰਹਿੰਦਾ ਹੈ ਤੇ ਪ੍ਰੇਤ ਜੂਨੀ ਧਾਰਨ ਕਰਦਾ ਹੈ। ਜੇਕਰ ਕਿਸੇ ਮਨੁੱਖ ਦੀ ਅਕਾਲ ਮੌਤ ਹੋ ਜਾਂਦੀ ਹੈ ਤਾਂ ਉਹ ਪ੍ਰੇਤ ਜੂਨੀ ਚਲਾ ਜਾਂਦਾ ਹੈ ਤੇ ਪ੍ਰੇਤ ਬਣ ਕੇ ਉਹ ਆਪਣੇ ਹੀ ਪਰਿਵਾਰ ਦੇ ਲੋਕਾਂ ਨੂੰ ਦੁੱਖ ਦੇਣ ਲੱਗਦਾ ਹੈ। ਕਈ ਵਾਰ ਮਨੁੱਖ ਆਪਣੇ ਮਰੇ ਹੋਏ ਪਰਿਵਾਰ ਵਾਲਿਆਂ ਦੀ ਵਸਤੂ ਨੂੰ ਉਹਨਾਂ ਦੀ ਯਾਦ ਸਮਝ ਕੇ ਆਪਣੇ ਕੋਲ ਰੱਖ ਲੈਂਦੇ ਹਨ ਤੇ ਉਹਨਾਂ ਦੀਆਂ ਵਸਤੂਆਂ ਦਾ ਉਪਯੋਗ ਕਰਨ ਲੱਗਦੇ ਹਨ। ਪਰ ਮਨੁੱਖ ਨੂੰ ਮਰੇ ਹੋਏ ਲੋਕਾਂ ਦੀਆਂ ਕੁਝ ਚੀਜ਼ਾਂ ਦਾ ਉਪਯੋਗ ਕਦੇ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਨਾਂ ਵਸਤੂਆਂ ਦੇ ਨਾਲ ਉਸ ਮਰੇ ਹੋਏ ਵਿਅਕਤੀ ਦੀ ਊਰਜਾ ਜੁੜੀ ਹੋਈ ਹੁੰਦੀ ਹੈ। ਉਸ ਮਰੇ ਹੋਏ ਵਿਅਕਤੀ ਦਾ ਉਹਨਾਂ ਵਸਤੂਆਂ ਪ੍ਰਤੀ ਮੋਹ ਬਹੁਤ ਜ਼ਿਆਦਾ ਹੋਣ ਕਰਕੇ ਉਹ ਮੌਤ ਤੋਂ ਬਾਅਦ ਵੀ ਉਹਨਾਂ ਵਸਤੂਆਂ ਨਾਲ ਜੁੜੇ ਰਹਿੰਦੇ ਹਨ ਤੇ ਜੇਕਰ ਕੋਈ ਉਹਨਾਂ ਵਸਤੂਆਂ ਦਾ ਪ੍ਰਯੋਗ ਕਰਦਾ ਹੈ ਤਾਂ ਉਸ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਮ੍ਰਿਤ ਵਿਅਕਤੀ ਉਸ ਨੂੰ ਕਈ ਤਰ੍ਹਾਂ ਦੇ ਕਸ਼ਟ ਦੇਣ ਲੱਗਦਾ ਹੈ। ਇਸ ਲਈ ਕਿਸੇ ਵੀ ਮਨੁੱਖ ਨੂੰ ਮਰੇ ਹੋਏ ਵਿਅਕਤੀ ਦੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਮਨੁੱਖ ਚਾਹੇ ਤਾਂ ਉਹਨਾਂ ਵਸਤੂਆਂ ਨੂੰ ਸੰਭਾਲ ਕੇ ਆਪਣੇ ਘਰ ਰੱਖ ਸਕਦਾ ਹੈ ਜਾਂ ਉਹਨਾਂ ਚੀਜ਼ਾਂ ਨੂੰ ਵਹਿੰਦੇ ਹੋਏ ਪਾਣੀ 'ਚ ਵਹਾ ਸਕਦਾ ਹੈ, ਪਰ ਭੁੱਲ ਕੇ ਵੀ ਉਹਨਾਂ ਵਸਤੂਆਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਸਭ ਤੋਂ ਪਹਿਲੀ ਵਸਤੂ ਹੈ ਮਰੇ ਹੋਏ ਵਿਅਕਤੀ ਦੇ ਕੱਪੜੇ, ਜੋ ਕਦੇ ਵੀ ਇਸਤੇਮਾਲ ਨਹੀਂ ਕਰਨੇ ਚਾਹੀਦੇ ਤੇ ਇਹਨਾਂ ਨੂੰ ਭੁੱਲ ਕੇ ਵੀ ਪਾਉਣਾ ਨਹੀਂ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਮਰੇ ਹੋਏ ਵਿਅਕਤੀ ਦੀ ਆਤਮਾ ਉਸ ਵਿਅਕਤੀ ਨਾਲ ਜੁੜ ਜਾਂਦੀ ਹੈ ਜੋ ਇਹਨਾਂ ਦਾ ਇਸਤੇਮਾਲ ਕਰਦਾ ਹੈ। ਮਰੇ ਹੋਏ ਵਿਅਕਤੀ ਦੀਆਂ ਯਾਦਾਂ ਉਸ ਵਿਅਕਤੀ ਨੂੰ ਸਤਾਉਣ ਲੱਗਦੀਆਂ ਹਨ ਜੋ ਉਹਨਾਂ ਦੇ ਕੱਪੜਿਆਂ ਦਾ ਇਸਤੇਮਾਲ ਕਰਦਾ ਹੈ ਤੇ ਉਹ ਵਿਅਕਤੀ ਮਾਨਸਿਕ ਤੇ ਸਰੀਰਕ ਤੌਰ ਤੋਂ ਕਮਜ਼ੋਰ ਹੋ ਜਾਂਦਾ ਹੈ। ਇਸ ਲਈ ਉਹਨਾਂ ਕੱਪੜਿਆਂ ਦਾ ਹਮੇਸ਼ਾ ਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਦੂਜੀ ਚੀਜ਼ ਹੈ ਮਰੇ ਹੋਏ ਵਿਅਕਤੀ ਦੇ ਗਹਿਣੇ। ਕੱਪੜਿਆਂ ਦੀ ਤਰ੍ਹਾਂ ਹੀ ਉਸਦੇ ਗਹਿਣਿਆਂ ਦੀ ਊਰਜਾ ਵੀ ਉਸ ਵਿਅਕਤੀ ਤੇ ਅਸਰ ਕਰਦੀ ਹੈ ਜੋ ਉਸ ਨੂੰ ਪਾਉਂਦਾ ਹੈ, ਕਿਉਂਕਿ ਹਰੇਕ ਵਿਅਕਤੀ ਗਹਿਣੇ ਖੁਦ ਨੂੰ ਸੁੰਦਰ ਦਿਖਾਉਣ ਲਈ ਪਾਉਂਦਾ ਹੈ, ਪਰ ਜਦੋਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਗਹਿਣੇ ਕੋਈ ਦੂਸਰਾ ਵਿਅਕਤੀ ਪਹਿਨ ਲੈਂਦਾ ਹੈ ਤਾਂ ਮਰੇ ਹੋਏ ਵਿਅਕਤੀ ਦੀ ਆਤਮਾ ਅਸਹਿਜ ਮਹਿਸੂਸ ਕਰਨ ਲੱਗਦੀ ਹੈ। ਉਹ ਆਤਮਾ ਉਸ ਵਿਅਕਤੀ ਨੂੰ ਪਰੇਸ਼ਾਨ ਕਰਨ ਲੱਗ ਜਾਂਦੀ ਹੈ। ਆਤਮਾ ਮੋਕਸ਼ ਦੀ ਰਾਹ ਤੇ ਨਾ ਜਾ ਕੇ ਇਸੇ ਮ੍ਰਿਤਕ ਲੋਕ ਵਿੱਚ ਆਪਣੇ ਹੀ ਪਰਿਵਾਰ ਵਾਲਿਆਂ ਨੂੰ ਪਰੇਸ਼ਾਨ ਕਰਨ ਲੱਗ ਜਾਂਦੀ ਹੈ। ਇਸ ਲਈ ਮਰੇ ਹੋਏ ਵਿਅਕਤੀ ਦੇ ਗਹਿਣਿਆਂ ਦਾ ਕਦੇ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ। ਵਿਅਕਤੀ ਦੀ ਮੌਤ ਤੋਂ ਬਾਅਦ ਉਸਦੇ ਗਹਿਣਿਆਂ ਨੂੰ ਗਲਾ ਕੇ ਨਵੇਂ ਗਹਿਣੇ ਬਣਵਾ ਲੈਣੇ ਚਾਹੀਦੇ ਹਨ ਜਾਂ ਫਿਰ ਮੰਦਿਰ ਵਿੱਚ ਦਾਨ ਕਰ ਦੇਣੇ ਚਾਹੀਦੇ ਹਨ। ਤੀਜੀ ਵਸਤੂ ਹੈ ਮਰੇ ਹੋਏ ਵਿਅਕਤੀ ਦੀ ਮਾਲਾ। ਮਾਲਾ ਹੀ ਉਸਦੇ ਜੀਵਨ ਭਰ ਦੇ ਪੁੰਨ ਦੀ ਪੂੰਜੀ ਹੈ। ਮੌਤ ਤੋਂ ਬਾਅਦ ਵਿਅਕਤੀ ਦੀ ਮਾਲਾ ਨੂੰ ਕਦੇ ਜੀਵਿਤ ਮਨੁੱਖ ਨੂੰ ਧਾਰਨ ਨਹੀਂ ਕਰਨਾ ਚਾਹੀਦਾ। ਉਸ ਦੀ ਮਾਲਾ ਨੂੰ ਪਵਿੱਤਰ ਨਦੀ ਦੇ ਜਲ 'ਚ ਪ੍ਰਵਾਹ ਕਰ ਦੇਣਾ ਚਾਹੀਦਾ ਹੈ। ਪਵਿੱਤਰ ਨਦੀ ਉਸ ਮਰੇ ਹੋਏ ਵਿਅਕਤੀ ਦੇ
ਸਾਰੇ ਪੁੰਨ ਨੂੰ ਵਹਾ ਕੇ ਸਵਰਗ ਲੈ ਜਾਂਦੀ ਹੈ। ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਹੇ ਗਰੁੜ, ਮੌਤ ਤੋਂ ਬਾਅਦ ਮਨੁੱਖ ਆਪਣੇ ਨਾਲ ਸਿਰਫ ਆਪਣੇ ਪਾਪ ਤੇ ਪੁੰਨ ਹੀ ਲੈ ਕੇ ਜਾਂਦਾ ਹੈ। ਸਾਰੀਆਂ ਭੌਤਿਕ ਵਸਤੂਆਂ ਨੂੰ ਇੱਥੇ ਹੀ ਛੱਡ ਦਿੰਦਾ ਹੈ। ਇਸ ਲਈ ਮਨੁੱਖ ਨੂੰ ਕਦੇ ਵੀ ਵਸਤੂਆਂ ਦੇ ਪ੍ਰਤੀ ਮੋਹ ਨਹੀਂ ਕਰਨਾ ਚਾਹੀਦਾ। ਹੇ ਗਰੁੜ, ਮੌਤ ਤੋਂ ਬਾਅਦ ਆਤਮਾ ਦੇ ਨਾਲ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਅਗਲੇ ਜਨਮ 'ਚ ਵੀ ਸਾਥ ਜਾਂਦੀਆਂ ਹਨ। ਉਹ ਚੀਜ਼ਾਂ ਆਤਮਾ ਦੇ ਕਰਮ ਤੇ ਇੱਛਾਵਾਂ ਨਾਲ ਜੁੜੀਆਂ ਹੁੰਦੀਆਂ ਹਨ। ਹੁਣ ਮੈਂ ਤੈਨੂੰ ਉਹਨਾਂ 5 ਚੀਜ਼ਾਂ ਬਾਰੇ ਦੱਸਾਂਗਾ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਉਹ ਪਹਿਲੀ ਚੀਜ਼ ਹੈ ਕਾਮਨਾ, ਜੋ ਆਤਮਾ ਦੇ ਨਾਲ ਮੌਤ ਤੋਂ ਬਾਅਦ ਵੀ ਰਹਿੰਦੀ ਹੈ। ਮਨੁੱਖ ਦੀਆਂ ਕਾਮਨਾਵਾਂ ਉਸਨੂੰ ਨਵਾਂ ਸਰੀਰ ਧਾਰਨ ਕਰਨ ਦੇ ਲਈ ਪ੍ਰੇਰਿਤ ਕਰਦੀਆਂ ਹਨ। ਕਾਮਨਾ ਇੱਕ ਇਹੋ ਜਿਹੀ ਸ਼ਕਤੀ ਹੈ ਜੋ ਆਤਮਾ ਨੂੰ ਲਗਾਤਾਰ ਨਵੇਂ ਸਰੀਰ ਦੀ ਖੋਜ 'ਚ ਲਗਾਈ ਰੱਖਦੀ ਹੈ। ਜਦੋਂ ਇੱਕ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਸ ਦੀਆਂ ਇੱਛਾਵਾਂ ਉਸ ਦੇ ਨਾਲ ਜਾਂਦੀਆਂ ਹਨ ਤੇ ਉਹ ਇੱਛਾਵਾਂ ਉਸ ਦੇ ਨਵੇਂ ਜਨਮ 'ਚ ਦੁਬਾਰਾ ਕੰਮ ਕਰਦੀਆਂ ਹਨ। ਜੇਕਰ ਮਨੁੱਖ ਆਪਣੀਆਂ ਇੱਛਾਵਾਂ ਦਾ ਤਿਆਗ ਕਰ ਦਿੰਦਾ ਹੈ ਤਾਂ ਉਸ ਨੂੰ ਮੋਕਸ਼ ਪ੍ਰਾਪਤੀ ਹੁੰਦੀ ਹੈ। ਇਸ ਲਈ ਕਿਹਾ ਗਿਆ ਹੈ ਕਿ ਮੌਤ ਦੇ ਸਮੇਂ ਆਪਣੀਆਂ ਇੱਛਾਵਾਂ ਦਾ ਤਿਆਗ ਕਰਨਾ ਬਹੁਤ ਮਹੱਤਵਪੂਰਨ ਹੈ। ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਵਾਸਨਾ ਕਾਮਨਾ ਦਾ ਹੀ ਇੱਕ ਰੂਪ ਹੈ। ਵਾਸਨਾ ਉਹ ਹੈ ਜੋ ਮਨੁੱਖ ਨੂੰ ਇੰਦਰੀਆਂ ਦੇ ਸੁੱਖ ਤੇ ਭੋਗ ਵੱਲ ਆਕਰਸ਼ਿਤ ਕਰਦੀ ਹੈ। ਇਹ ਇੱਕ ਇਹੋ ਜਿਹੀ ਲਾਲਸਾ ਹੈ ਜਿਸ ਦਾ ਕੋਈ ਅੰਤ ਨਹੀਂ। ਮੌਤ ਦੇ ਸਮੇਂ ਵੀ ਜ਼ਿਆਦਾਤਰ ਲੋਕ ਵਾਸਨਾ ਤੋਂ ਮੁਕਤ ਨਹੀਂ ਹੁੰਦੇ। ਇਹ ਵਾਸਨਾ ਸੰਸਾਰਿਕ ਵਸਤੂਆਂ, ਧਨ, ਪਰਿਵਾਰ ਤੇ ਭੋਗਾਂ ਵੱਲ ਆਕਰਸ਼ਣ ਨੂੰ ਵਧਾਉਂਦੀ ਹੈ। ਵਾਸਨਾ ਇੰਨੀ ਤਾਕਤਵਰ ਹੁੰਦੀ ਹੈ ਕਿ ਇਹ ਮੌਤ ਤੋਂ ਬਾਅਦ ਵੀ ਆਤਮਾ ਦੇ ਨਾਲ ਰਹਿੰਦੀ ਹੈ। ਮਨ ਦੀ ਸ਼ਾਂਤੀ ਤੇ ਗਿਆਨ ਨਾਲ ਹੀ ਵਾਸਨਾ ਤੋਂ ਮੁਕਤੀ ਮਿਲ ਸਕਦੀ ਹੈ। ਸ਼੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ, ਕਰਮ ਮਨੁੱਖ ਦੀ ਸਭ ਤੋਂ ਖਾਸ ਧਰੋਹਰ ਹੈ ਜੋ ਉਸ ਦੇ ਨਾਲ ਮੌਤ ਤੋਂ ਬਾਅਦ ਵੀ ਜਾਂਦੀ ਹੈ। ਮਨੁੱਖ ਜ਼ਿੰਦਗੀ 'ਚ ਜੋ ਵੀ ਕਰਮ ਕਰਦਾ ਹੈ, ਚੰਗਾ ਬੁਰਾ ਕਰਮ ਉਸ ਦੇ ਅਗਲੇ ਜਨਮ 'ਚ ਉਸ ਨੂੰ ਫਲ ਦਿੰਦੇ ਹਨ। ਮੌਤ ਦੇ ਸਮੇਂ ਆਤਮਾ ਦੁਆਰਾ ਕੀਤੇ ਗਏ ਸਾਰੇ ਕਰਮਾਂ ਦਾ ਲੇਖਾ ਜੋਖਾ ਹੁੰਦਾ ਹੈ। ਜੇਕਰ ਕਿਸੇ ਵਿਅਕਤੀ ਨੇ ਚੰਗੇ ਕਰਮ ਕੀਤੇ ਹਨ ਤਾਂ ਉਸ ਨੂੰ ਪਰਲੋਕ 'ਚ ਸੁੱਖ ਤੇ ਸ਼ਾਂਤੀ ਮਿਲਦੀ ਹੈ ਤੇ ਅਗਲੇ ਜਨਮ 'ਚ ਉਸ ਨੂੰ ਖੁਸ਼ਹਾਲੀ ਪ੍ਰਾਪਤ ਹੁੰਦੀ ਹੈ। ਜੇਕਰ ਉਸਨੇ ਬੁਰੇ ਕਰਮ ਕੀਤੇ ਹਨ ਤਾਂ ਉਸ ਨੂੰ ਨਰਕ ਤੇ ਦੁਖਦਾਈ ਜੀਵਨ ਪ੍ਰਾਪਤ ਹੁੰਦਾ ਹੈ। ਇਹੀ ਕਾਰਨ ਹੈ ਕਿ ਸਾਡੇ ਧਰਮ ਸ਼ਾਸਤਰਾਂ 'ਚ ਕਰਮ ਨੂੰ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ। ਕਰਮ ਦੀ ਗਤੀ ਇੰਨੀ ਅਦਭੁਤ ਹੈ ਕਿ ਉਹ 7 ਜਨਮਾਂ ਤੱਕ ਆਤਮਾ ਦਾ ਪਿੱਛਾ ਕਰਦੀ ਹੈ। ਇਸ ਲਈ ਮਨੁੱਖ ਨੂੰ ਹਮੇਸ਼ਾ ਪੁੰਨ ਕਰਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਭਗਵਾਨ ਕ੍ਰਿਸ਼ਨ ਕਹਿੰਦੇ ਹਨ ਕਿ ਚੌਥੀ ਚੀਜ਼ ਹੈ ਕਰਜ਼। ਕਰਜ਼ ਇੱਕ ਇਹੋ ਜਿਹੀ ਵਸਤੂ ਹੈ ਜੋ ਮੌਤ ਤੋਂ ਬਾਅਦ ਵੀ ਆਤਮਾ ਦਾ ਪਿੱਛਾ ਕਰਦੀ ਹੈ। ਜੇਕਰ ਕੋਈ ਵਿਅਕਤੀ ਜੀਵਨ ਕਿਸੇ ਤੋਂ ਉਧਾਰ ਲੈਂਦਾ ਹੈ ਤੇ ਉਸ ਨੂੰ ਕਿਰਾਏ ਚੁਕਾਏ ਬਿਨਾਂ ਮਰ ਜਾਂਦਾ ਹੈ ਤਾਂ ਉਹ ਕਰਜ਼ ਅਗਲੇ ਜਨਮ 'ਚ ਵੀ ਉਸ ਦੇ ਨਾਲ ਰਹਿੰਦਾ ਹੈ। ਕਰਜ਼ ਆਤਮਾ ਦਾ ਇੱਕ ਤਰ੍ਹਾਂ ਦਾ ਬੰਧਨ ਬਣਦਾ ਹੈ ਤੇ ਜਦ ਤੱਕ ਚੁਕਾਇਆ ਨਹੀਂ ਜਾਂਦਾ, ਆਤਮਾ ਇਸ ਤੋਂ ਮੁਕਤ ਨਹੀਂ ਹੋ ਸਕਦੀ। ਮੌਤ ਤੋਂ ਬਾਅਦ ਉਸ ਆਤਮਾ ਨੂੰ ਪਰਲੋਕ 'ਚ ਕਰਜ਼ ਚੁਕਾਉਣ ਲਈ ਸਜ਼ਾ ਦਿੱਤੀ ਜਾ ਸਕਦੀ ਹੈ। ਪੁਨਰ ਜਨਮ 'ਚ ਕਰਜ਼ ਕਾਰਨ ਵਿਅਕਤੀ ਨੂੰ ਸਰੀਰਕ ਤੇ ਮਾਨਸਿਕ ਕਸ਼ਟ ਝੱਲਣਾ ਪੈ ਸਕਦਾ ਹੈ। ਇਸ ਲਈ ਧਰਮ ਸ਼ਾਸਤਰਾਂ 'ਚ ਕਿਹਾ ਗਿਆ ਹੈ ਕਿ ਜ਼ਿੰਦਗੀ 'ਚ ਲਏ ਗਏ ਸਾਰੇ ਕਰਜ਼ ਚੁਕਾ ਦੇਣੇ ਚਾਹੀਦੇ ਹਨ ਤਾਂ ਜੋ ਆਤਮਾ ਅਗਲੇ ਜਨਮ 'ਚ ਇਸ ਬੋਝ ਤੋਂ ਮੁਕਤ ਹੋ ਸਕੇ। ਅੰਤ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਗਰੁੜ ਜੀ ਨੂੰ ਭਗਤੀ ਦਾ ਮਹੱਤਵ ਦੱਸਦੇ ਹੋਏ ਕਹਿੰਦੇ ਹਨ ਕਿ ਭਗਤੀ ਉਹ ਪਵਿੱਤਰ ਰਸਤਾ ਹੈ ਜੋ ਆਤਮਾ ਨੂੰ ਈਸ਼ਵਰ ਨਾਲ ਜੋੜਦਾ ਹੈ। ਜੋ ਵਿਅਕਤੀ ਸੱਚੇ ਮਨ ਨਾਲ ਭਗਵਾਨ ਦੀ ਆਰਾਧਨਾ ਕਰਦਾ ਹੈ, ਉਸ ਦੀ ਆਤਮਾ ਮੌਤ ਤੋਂ ਬਾਅਦ ਵੀ ਭਗਤੀ ਦਾ ਫਲ ਪ੍ਰਾਪਤ ਕਰਦੀ ਹੈ। ਭਗਤੀ ਹੀ ਉਹ ਸ਼ਕਤੀ ਹੈ ਜੋ ਆਤਮਾ ਨੂੰ ਜਨਮ ਮਰਨ ਤੋਂ ਮੁਕਤ ਕਰ ਸਕਦੀ ਹੈ ਤੇ ਮੋਕਸ਼ ਦਿਵਾ ਸਕਦੀ ਹੈ। ਭਗਤੀ ਨਾਲ ਭਰਿਆ ਹੋਇਆ ਹਿਰਦਾ ਮੌਤ ਤੋਂ ਬਾਅਦ ਵੀ ਪਰਮਾਤਮਾ ਦੇ ਨੇੜੇ ਰਹਿੰਦਾ ਹੈ। ਇਹੀ ਕਾਰਨ ਹੈ ਕਿ ਭਗਤੀ ਨੂੰ ਜ਼ਿੰਦਗੀ ਦਾ ਸਭ ਤੋਂ ਪਵਿੱਤਰ ਸਾਧਨ ਮੰਨਿਆ ਗਿਆ ਹੈ। ਇਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗਰੁੜ ਜੀ ਨੂੰ ਦੱਸਿਆ ਕਿ ਆਤਮਾ ਦੇ ਨਾਲ ਮੌਤ ਤੋਂ ਬਾਅਦ ਕਾਮ, ਵਾਸਨਾ, ਕਰਜ਼, ਕਰਮ, ਪੁੰਨ ਤੇ ਭਗਤੀ ਰਹਿੰਦੀ ਹੈ। ਇਹ ਚੀਜ਼ਾਂ ਆਤਮਾ ਨੂੰ ਜੀਵਨ ਚੱਕਰ 'ਚ ਬੰਨੇ ਰੱਖਦੀਆਂ ਜਾਂ ਮੋਕਸ਼ ਵੱਲ ਲਿਜਾਂਦੀਆਂ ਹਨ। ਤਾਂ ਦੋਸਤੋ, ਇਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਜੀ ਨੇ ਗਰੁੜ ਜੀ ਨੂੰ ਇਹ ਗਿਆਨ ਦਿੱਤਾ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਬਾਕਸ ਵਿੱਚ ਸਾਨੂੰ ਜ਼ਰੂਰ ਦੱਸਣਾ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ
ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਕਹਾਣੀ ਦੇ ਨਾਲ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।